Hello students, I am Assistant Professor Kulwinder Singh and next we are going to start the study of next essay Symptoms written by Zeram K. Zeram. Zeram Klapka Zeram, best known as the author of Three Men in a Boat, one of the great comic masterpieces, was born in Walsall, Staffordshire in 1859. So Jerem K. Zoram, Three Men in a Boat ਉਸ ਦਾ ਬੈਸਟ ਵਰਕ ਹੈ ਜੋ ਕਿ ਕੌਮਿਕ ਮਾਸਟਰਪੀਸ ਹੈ। ਉਸ ਦਾ ਬਰਥ ਵਾਲਸਲ ਸਟੈਫਰਡਸ਼ਾਇਰ ਦੇ ਵਿੱਚ ਜੋ ਕਿ ਇੰਗਲੈਂਡ ਦੇ ਵਿੱਚ ਹੈ 1859 ਦੇ ਵਿੱਚ ਹੋਇਆ। ਦੋ ਰਿਲੈਕਸਡ ਐਂਡ ਅਰਬੀਅਨ ਮੈਨ ਜੋ ਜੈਰਮ ਕੇ ਜੈਰਮ ਹੈ ਉਹ ਰਿਲੈਕਸ ਅਰਬੀਅਨ ਮੀਨਸ refined, polite man ਸੀ। Jerome was a relentless explorer of new ideas and experiences. relentless mean ਜੋ persistent ਹੈ, continue ਹੈ, ਸੋ ਲਗਾਤਾਰ ਉਹ new ideas ਨੂੰ explore ਕਰਦਾ ਵਾ। He was a prolific writer whose work has been translated into many foreign languages. ਸੋ ਉਹ ਇੱਕ ਪ੍ਰੋਲੀਫਿਕ ਰਾਈਟਰ ਹੈ। ਪ੍ਰੋਲੀਫਿਕ ਰਾਈਟਰ ਜਿਹੜਾ ਸਫਲ ਲੇਖਕ ਹੋਵੇ, ਜੋ ਬਹੁਤ ਜ਼ਿਆਦਾ ਰਾਈਟਿੰਗਸ ਲਿਖਦਾ ਹੋਵੇ ਔਰ ਸਫਲ ਹੋਵੇ, ਉਹਨੂੰ ਅਸੀਂ ਪ੍ਰੋਲੀਫਿਕ ਰਾਈਟਰ ਬੋਲ ਦਿੰਦੇ ਹਾਂ। ਓਕੇ, ਨੈਕਸਟ ਅਸੀਂ ਜੋ ਐਸੇ ਹੈ ਉਸ ਨੂੰ ਸਟਾਰਟ ਕਰਾਂਗੇ। ਇਟ ਵਾਜ਼ ਮਾਈ ਲਿਵਰ ਦੈਟ ਵਾਜ਼ ਆਊਟ ਆਫ ਆਰਡਰ। ਇਹ ਮੇਰਾ ਲਿਵਰ ਸੀ ਜੋ ਠੀਕ ਨਹੀਂ ਹੈ, ਆਊਟ ਆਫ ਆਰਡਰ ਹੈ। I knew it was my liver that was out of order. ਮੈਂ ਜਾਣਦਾ ਮੇਰਾ ਲਿਵਰ ਹੈ ਜੋ ਠੀਕ ਨਹੀਂ ਹੈ। Because I had just been reading a patent liver pill circular. ਕਿਉਂਕਿ ਹੁਣੇ ਮੈਂ ਇੱਕ patent liver pill circular means government approved ਇੱਕ printed circular ਹੈ ਜਿਹਦੇ ਵਿੱਚ liver ਦੇ ਬਾਰੇ instructions ਨੇ ਦੱਸਿਆ ਗਿਆ ਹੈ, ਉਹਨਾਂ ਨੂੰ ਮੈਂ ਸਟੱਡੀ ਕਰ ਰਿਹਾ ਸੀ ਔਰ ਉਹਨੂੰ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਮੇਰਾ ਜੋ ਲਿਵਰ ਹੈ ਉਹ ਠੀਕ ਨਹੀਂ ਹੈ। ਇਨ ਵਿਚ ਵਰ ਡਿਟੇਲਡ ਦਾ ਵੇਰੀਅਸ ਸਿੰਪਟਮਸ, ਜਿਸ ਦੇ ਵਿੱਚ ਡਿਟੇਲ ਦੇ ਵਿੱਚ ਵੇਰੀਅਸ ਸਿੰਪਟਮਸ ਜੋ ਸਾਡੇ ਇਸ ਚੈਪਟਰ ਦਾ ਨੇਮ ਵੀ ਹੈ। ਸਿੰਪਟਮਸ ਮੀਨ ਕੋਈ ਸਾਈਨ ਹੁੰਦੇ, ਸਿਗਨਲ ਹੁੰਦੇ, ਜਿਹਨੂੰ ਪੰਜਾਬੀ 'ਚ ਅਸੀਂ ਲੱਛਣ ਕਹਿ ਸਕਦੇ ਹਾਂ। ਸੋ ਉਹਦੇ ਵਿੱਚ ਕਲੀਅਰ ਕੱਟ ਜਿਵੇਂ ਅਸੀਂ ਕਈਆਂ ਬਿਮਾਰੀਆਂ ਦੇ ਸਿੰਪਟਮਸ ਦੀ ਗੱਲ ਕਰਦੇ, ਲੱਛਣਾਂ ਦੀ ਗੱਲ ਕਰਦੇ ਹਾਂ ਕਿ ਜੇਕਰ ਆਹ ਸਿੰਪਟਮਸ ਹੈਗੇ ਤੁਹਾਨੂੰ ਆਹ ਬਿਮਾਰੀ ਹੋ ਸਕਦੀ ਹੈ। ਸੋ ਉਹਦੇ ਵਿੱਚ ਉਹ ਡਿਟੇਲ ਦੇ ਵਿੱਚ ਵੇਰੀਅਸ ਸਿੰਪਟਮਸ ਸੀਗੇ। by which a man could tell when his liver was out of order. I had them all. ਉਹਦੇ ਵਿੱਚ ਲਿਖਿਆ ਸੀ ਡਿਟੇਲ ਦੇ ਵਿੱਚ ਕਿ ਆਹ ਜੇਕਰ ਸਿੰਪਟਮਸ ਹੋਣ ਉਹਦਾ ਮਤਲਬ ਹੈ ਕਿ ਲਿਵਰ ਤੁਹਾਡਾ ਠੀਕ ਕੰਮ ਨਹੀਂ ਕਰ ਰਿਹਾ, ਔਰ ਮੇਰੇ ਵਿੱਚ ਉਹ ਸਾਰੇ ਸਿੰਪਟਮਸ ਹੈਗੇ ਸੀ। I remember going to the British Museum one day to read up the treatment for some slight ailment of which I had a touch hay fever, I fancy it was. ਮੈਨੂੰ ਯਾਦ ਹੈ ਕਿ ਮੈਂ ਬ੍ਰਿਟਿਸ਼ ਮਿਊਜ਼ੀਅਮ ਇੱਕ ਦਿਨ ਗਿਆ ਸੀ। ਕੋਈ ਸਲਾਈਟ ਏਲਮੈਂਟ, ਹਲਕੀ ਜਿਹੀ ਕੋਈ ਏਲਮੈਂਟ ਬਿਮਾਰੀ ਮੈਨੂੰ ਸੀ, ਜਿਹਦਾ ਜੋ ਹੇ ਫੀਵਰ ਇੱਕ ਕਿਸਮ ਦਾ ਬੁਖਾਰ ਹੈ ਜੋ ਕਿਸੇ ਪਲਾਂਟ ਤੋਂ, ਗਰਾਸ ਤੋਂ ਅਲਰਜੀ ਕਾਰਨ ਹੁੰਦਾ ਹੈ। ਆਈ ਫੈਂਸੀ ਇਟ ਵਾਜ਼, ਮੇਰੀ ਕਲਪਨਾ ਸੀ ਕਿ ਮੈਨੂੰ ਇਹ ਬੁਖਾਰ ਹੋਇਆ ਵਾ। ਆਈ ਗੋਟ ਡਾਊਨ ਦਾ ਬੁੱਕ ਐਂਡ ਰੈਡ ਆਲ ਆਈ ਕੇਮ ਟੂ ਰੀਡ। ਮੈਂ ਇੱਕ ਬੁੱਕ ਲਈ ਉੱਥੋਂ ਔਰ ਜੋ ਕੁਝ ਮੇਰੇ ਸਾਹਮਣੇ ਬੁੱਕ ਵਿੱਚ ਆਇਆ ਉਹਨੂੰ ਮੈਂ ਰੀਡ ਕਰ ਲਿਆ, ਪੜ੍ਹ ਲਿਆ। ਐਂਡ ਦੈਨ ਇਨ ਐਨ ਅਨਥਿੰਕਿੰਗ ਮੂਮੈਂਟ ਆਈ ਆਈਡਲੀ ਟਰਨ ਦਾ ਲੀਵਸ। ਫਿਰ ਕਹਿੰਦਾ ਮੈਂ ਬਿਨਾਂ ਸੋਚਿਆ ਹੀ ਜਿਹੜੇ ਟਰਨ ਦਾ ਲੀਵਸ ਪੇਜ ਥੱਲ ਲੈ ਹੋਰ ਪੜ੍ਹਨ ਲੱਗ ਪਿਆ। ਐਂਡ ਬਿਗੇਨਸ ਟੂ ਸਟੱਡੀ ਡਿਸੀਜ਼ਜ਼, ਅਤੇ ਬਿਮਾਰੀਆਂ ਬਾਰੇ ਸਟੱਡੀ ਕਰਨ ਲੱਗਾ। ਜਨਰਲੀ ਆਈ ਫੋਰਗਟ ਵਿਚ ਵਾਜ਼ ਦੀ ਫਸਟ ਡਿਸੀਜ਼, ਅਤੇ ਮੈਂ ਇਹ ਵੀ ਭੁੱਲ ਗਿਆ ਕਿ ਫਸਟ ਡਿਸੀਜ਼ ਕਿਹੜੀ ਸੀ ਜਿਹਦੇ ਬਾਰੇ ਮੈਂ ਪਹਿਲਾਂ ਪੜ੍ਹਿਆ ਸੀ। ਆਈ plunged into some fearful devastating scores. ਸੋ ਮੈਂ ਨਾਲ ਹੀ ਇੱਕ ਪਲੰਜ ਕਰਨਾ, ਅਸੀਂ ਕਿਸੇ ਚੀਜ਼ ਵਿੱਚ ਡਾਈਵ ਕਰਦੇ ਹਾਂ, ਉਹਦੇ ਵਿੱਚ ਮਰਜ ਹੋ ਜਾਂਦੇ ਹਾਂ। ਸੋ ਬੜੇ ਡਰਾਉਣੇ, ਫੀਅਰਫੁਲ, ਡਿਵੈਸਟੇਟਿੰਗ ਜੋ ਰਿਊਨ ਹੈ, ਤਬਾਹੀ ਹੈ, ਡਿਸਟਰਕਸ਼ਨ ਹੈ, ਸਕੋਜ਼ ਕੋਈ ਟਰਬਲ ਹੈ। ਸੋ ਮੈਨੂੰ ਲੱਗਾ ਕਿ ਇੱਕਦਮ ਮੈਂ ਕਿਸੇ ਟਰਬਲ ਮੁਸੀਬਤ ਦੇ ਵਿੱਚ ਫਸ ਗਿਆ ਵਾਂ। ਆਈ ਨੋ ਐਂਡ ਬਿਫੋਰ ਆਈ ਹੈਡ ਗਲਾਂਸਡ ਹਾਫ ਡਾਊਨ ਦਾ ਲਿਸਟ ਆਫ ਪ੍ਰੀਮੋਨੀਟਰੀ ਸਿੰਪਟਮਸ ਇਟ ਵਾਜ਼ ਬੋਰਨ ਇਨ ਅਪੋਨ ਮੀ ਦੈਟ ਆਈ ਹੈਡ ਫੇਅਰਲੀ ਗੋਟ ਇਟ। ਅਜੇ ਜਦੋਂ ਮੈਂ ਕਹਿੰਦਾ ਅਜੇ ਲਗਭਗ ਜਦੋਂ ਮੈਂ ਹਾਫ ਲਿਸਟ ਜਿਹੜੀ ਹੈ ਉਹ
ਸਟੱਡੀ ਕੀਤੀ ਹੈ, ਉਹਨੂੰ ਦੇਖਿਆ ਹੈ ਜੋ ਵੱਖ-ਵੱਖ ਬਿਮਾਰੀਆਂ ਦੇ ਸਿੰਪਟਮ ਸੀ, ਤਾਂ ਮੈਨੂੰ ਲੱਗਣ ਲੱਗ ਪਿਆ ਕਿ ਇਹ ਸਾਰੇ ਸਿੰਪਟਮਸ ਮੇਰੇ ਵਿੱਚ ਹੈਗੇ ਆ। ਆਈ ਸੈਟ ਫॉर ਅ ਵਾਈਲ ਫਰੋਜ਼ਨ ਵਿਦ ਹੌਰਰ। ਕੁਛ ਸਮਾਂ ਮੈਂ ਬੈਠਾ ਰਿਹਾ, ਫਰੋਜ਼ਨ ਇੱਕਦਮ ਮੈਂ ਜੰਮ ਗਿਆ ਹੌਰਰ ਨਾਲ, ਡਰ ਨਾਲ। ਐਂਡ ਦੈਨ ਇਨ ਡਿਸਪੇਅਰ ਆਈ ਅਗੇਨ ਟਰਨ ਓਵਰ ਦਾ ਪੇਜਸ। ਫਿਰ ਨਿਰਾਸ਼ਾ ਦੇ ਵਿੱਚ ਮੈਂ ਹੋਰ ਪੇਜਸ ਥੱਲੇ ਆ, ਹੋਰ ਪੇਜ ਟਰਨ ਕੀਤੇ ਆ। ਆਈ ਕੇਮ ਟੂ ਟਾਈਫੋਇਡ ਫੀਵਰ, read the symptoms, discovered that I had typhoid fever। ਕਹਿੰਦਾ ਮੈਂ ਫਿਰ ਟਾਈਫਾਈਡ ਫੀਵਰ 'ਤੇ ਆ ਗਿਆ ਔਰ ਮੈਂ ਉਹਦੇ ਬਾਰੇ ਉਹਦੇ ਸਿੰਪਟਮਸ ਪੜ੍ਹੇ ਔਰ ਮੈਨੂੰ ਪਤਾ ਲੱਗਾ ਮੈਨੂੰ ਟਾਈਫਾਈਡ ਫੀਵਰ ਵੀ ਹੈ। ਮਸਟ ਹੈਵ ਹੈਡ ਇਟ ਫॉर ਮੰਥਸ ਵਿਦਾਊਟ ਨੋਇੰਗ ਇਟ। ਔਰ ਸ਼ਾਇਦ ਮੈਨੂੰ ਇਹ ਟਾਈਫਾਈਡ ਫੀਵਰ ਕਈ ਮਹੀਨਿਆਂ ਤੋਂ ਸੀ, ਜਸਟ ਮੈਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ। ਵੰਡਰਡ ਵਟ ਐਲਸ ਆਈ ਹੈਡ ਗੋਟ। ਮੈਂ ਹੈਰਾਨ ਹੋਇਆ ਕਿ ਹੋਰ ਮੈਨੂੰ ਕੀ ਹੋਊਗਾ। ਬਿਗੇਨ ਟੂ ਗੈਟ ਇੰਟਰਸਟਡ ਇਨ ਮਾਈ ਕੇਸ। ਮੈਂ ਆਪਣੇ ਕੇਸ ਵਿੱਚ ਇੰਟਰਸਟਡ ਹੋ ਗਿਆ ਕਿ ਜਾਣਾ ਹੋਰ ਕੀ ਹੈ ਮੈਨੂੰ। ਐਂਡ ਡਿਟਰਮਾਈਂਡ ਟੂ ਸ਼ਿਫਟ ਇਟ ਟੂ ਦਾ ਬੋਟਮ ਐਂਡ ਸੋ ਸਟਾਰਟਡ ਅਲਫਾਬੈਟਿਕਲੀ। ਫਿਰ ਮੈਂ ਡਿਟਰਮਾਈਂਡ ਹੋ ਗਿਆ, ਇਰਾਦਾ ਬਣਾ ਲਿਆ ਕਿ ਮੈਂ ਆਪਣੇ ਬਾਰੇ ਸਾਰਾ ਜਾਣਾ, ਇਸ ਕਰਕੇ ਮੈਂ ਅਲਫਾਬੈਟਿਕਲੀ ਸਟਾਰਟ ਕਰ ਲਿਆ। ਅਲਫਾਬੈਟਿਕਲੀ ਮੀਨਸ ਅਸੀਂ ABCD ਅਲਫਾਬੈਟਿਕਲੀ ਜਿਹੜਾ ਵਾ ਉਹ ਸਟੱਡੀ ਕਰਾਂਗੇ ਸਾਰੀਆਂ ਡਿਸੀਜ਼ ਬਾਰੇ ਕਿ ਮੈਨੂੰ ਕਿਹੜੀ ਡਿਸੀਜ਼ ਹੈ ਕਿਹੜੀ ਨਹੀਂ ਹੈ। ਰੈਡ ਅਪ ਐਗਿਊ। ਸੋ ਫਸਟ ਉਹਨੇ ਐਗਿਊ, ਕਿਉਂਕਿ ਏ ਤੋਂ ਸਟਾਰਟ ਹੁੰਦੀ ਹੈ, ਐਗਿਊ ਨੂੰ ਸਟੱਡੀ ਕੀਤਾ। ਐਗਿਊ ਇੱਕ ਡਿਸੀਜ਼ ਹੈ ਜੋ ਕਿ ਫੀਵਰ ਵਾਂਗ ਹੀ ਹੈ, ਕਿਸਮ ਦਾ ਫੀਵਰ ਹੀ ਹੈ ਜੋ ਕਿ ਕਾਫੀ ਅਕਿਊਟ ਹੁੰਦਾ, ਕਾਫੀ ਸਵੀਅਰ ਹੁੰਦਾ। ਐਂਡ ਲਰਨ ਦੈਟ ਆਈ ਵਾਜ਼ ਸਿਕਨਿੰਗ ਫॉर ਇਟ। ਅਤੇ ਮੈਨੂੰ ਪਤਾ ਲੱਗਾ ਮੈਨੂੰ ਐਗਿਊ ਫੀਵਰ ਵੀ ਹੈ। ਐਂਡ ਦੈਟ ਦ ਅਕਿਊਟ ਸਟੇਜ ਵੁੱਡ ਕਮੈਂਸ ਇਨ ਅਬਾਊਟ ਅਨਦਰ ਫੋਰਟਨਾਈਟ। ਅਤੇ ਲਗਭਗ ਇਹਦੀ ਜਿਹੜੀ ਅਕਿਊਟ ਸਟੇਜ ਆ, ਹਾਈ ਸਟੇਜ ਆ, ਉਹ ਅਗਲੇ 14 ਕੁ ਦਿਨਾਂ ਦੇ ਵਿੱਚ ਉਹ ਸਾਹਮਣੇ ਆ ਸਕਦੀ ਹੈ। ਬ੍ਰਾਈਟਸ ਡਿਸੀਜ਼ ਆਈ ਵਾਜ਼ ਰਿਲੀਵਡ ਟੂ ਫਾਈਂਡ ਆਈ ਹੈਡ ਓਨਲੀ ਇਨ ਅ ਮੋਡੀਫਾਈਡ ਫੋਮ। ਜੋ ਬ੍ਰਾਈਟਸ ਡਿਸੀਜ਼ ਹੈ, ਨੈਕਸਟ B ਵਾਲੀ ਡਿਸੀਜ਼ ਆ ਗਈ, ਭਾਵ ਅਲਫਾਬੈਟਿਕਲੀ ਸਟੱਡੀ ਕਰ ਰਿਹਾ ਵਾ। ਬ੍ਰਾਈਟ ਡਿਸੀਜ਼ ਇਹ ਵੀ ਇੱਕ ਕਿਸਮ ਦੀ ਸਾਡੀ ਕਿਡਨੀ ਨਾਲ ਰਿਲੇਟਡ ਡਿਸੀਜ਼ ਹੈ ਜਿਹਦੇ ਵਿੱਚ ਉਹਦੀ ਇਨਫਲੇਮੇਸ਼ਨ ਸੋਜ਼ ਵਗੈਰਾ ਹੋ ਜਾਂਦੀ ਹੈ। ਸੋ ਕਹਿੰਦਾ ਮੈਨੂੰ ਇਹ ਡਿਸੀਜ਼ ਵੀ ਸੀਗੀ ਪਰ ਇਹ ਮੋਡੀਫਾਈਡ ਫੋਮ ਦੇ ਵਿੱਚ ਆ, ਥੋੜ੍ਹਾ ਬਦਲ ਕੇ ਹੈ ਔਰ ਇਹਦੇ ਕੋਈ ਬਹੁਤੀ ਪ੍ਰੋਬਲਮ ਨਹੀਂ। ਮੈਂ ਆਈ ਮਾਈਟ ਲਿਵ ਫॉर ਈਅਰਸ, ਮੈਂ ਕਈ ਸਾਲਾਂ ਤੱਕ ਇਸ ਬਿਮਾਰੀ ਨਾਲ ਜੀ ਸਕਦਾ ਵਾਂ। ਕੋਲਰਾ ਆਈ ਹੈਡ ਵਿਦ ਸਵੀਅਰ ਕੰਪਲੀਕੇਸ਼ਨ। ਨੈਕਸਟ ਉਹ C ਦੀ ਡਿਸੀਜ਼ 'ਤੇ ਪਹੁੰਚ ਗਿਆ, ਕੋਲਰਾ ਜੋ ਕਿ ਹੈਜ਼ੇ ਦੀ ਬਿਮਾਰੀ ਹੈ। ਕਹਿੰਦਾ ਮੈਨੂੰ ਇਹ ਬਿਮਾਰੀ ਵੀ ਸਵੀਅਰ ਕੰਪਲੀਕੇਸ਼ਨਸ ਦੇ ਵਿੱਚ ਹੈਗੀ ਹੈ, ਭਾਵੇਂ ਸਿੰਪਟਮਸ ਪੜ੍ਹ ਰਿਹਾ ਉਹਨੂੰ ਸਿੰਪਟਮਸ ਲੱਗ ਰਿਹਾ ਮੇਰੇ ਵਿੱਚ ਹੈਗੇ ਆਏ। ਦ ਓਨਲੀ ਮੈਲਿਟੀ ਆਈ ਕੁਡ ਕਨਕਲੂਡ ਆਈ ਹੈਡ ਨੋਟ ਗੋਟ ਵਾਜ਼ ਹਾਊਸਮੇਡਸ ਨੀ। ਆਖਰ 'ਤੇ ਉਹਨੇ ਸੱਟਾ ਹੀ ਕੱਢਿਆ ਕਿ ਸਿਰਫ ਇੱਕੋ ਏਲਮੈਂਟ ਹੈ, ਇੱਕੋ ਮੈਲਡੀ ਹੈ ਜਿਹੜੀ ਮੈਨੂੰ ਨਹੀਂ ਹੈ, ਉਹ ਕੀ ਹੈ? ਹਾਊਸਮੇਡਸ ਨੀ। ਹਾਊਸਮੇਡਸ ਨੀ ਸਾਡੇ ਨੀ ਕੈਪ ਦੇ ਵਿੱਚ ਕੋਈ ਫਲੂਇਡ ਟਾਈਪ ਜਿਹੜਾ ਭਰਨ ਦੇ ਨਾਲ ਇੱਕ ਸੋਜ ਇਨਫਲੇਮੇਸ਼ਨ ਹੋ ਜਾਂਦੀ ਹੈ, ਇਹੋ ਜਿਹੀ ਇਹਦੇ ਨਾਲ ਰਿਲੇਟਡ ਇਹ ਡਿਸੀਜ਼ ਹੈ। ਵੀ ਕਹਿੰਦਾ ਇੱਕ ਇਹ ਬਿਮਾਰੀ ਮੈਨੂੰ ਹੈ ਨਹੀਂ, ਬਾਕੀ ਸਾਰੀਆਂ ਬਿਮਾਰੀਆਂ ਉਹਨੇ ਜੋ ਸਟੱਡੀ ਕੀਤੀਆਂ ਉਹ ਸਾਰੀਆਂ ਉਹਨੂੰ ਬਿਮਾਰੀਆਂ ਹੈਗੀਆਂ ਵਾ। I felt rather hurt about this at first। ਰਾਈਟਰ ਕਹਿੰਦਾ ਸ਼ੁਰੂ ਵਿੱਚ ਤਾਂ ਮੈਨੂੰ ਥੋੜ੍ਹਾ ਜਿਹਾ ਹਰਟ ਹੋਇਆ ਇਹਦੇ ਬਾਰੇ। ਇੱਥੇ ਉਹ ਇੱਕ ਕਮੇਡੀ ਤੌਰ 'ਤੇ ਕਹਿ ਲਓ ਕਿ ਵਿਅੰਗ ਤੌਰ 'ਤੇ ਗੱਲ ਕਹਿ ਰਿਹਾ ਕਿ ਮੈਨੂੰ ਹਰਟ ਹੋਇਆ ਕਿ ਮੈਨੂੰ ਇਹ ਬਿਮਾਰੀ ਕਿਉਂ ਨਹੀਂ ਹੋਈ। ਇਟ ਸੀਮਡ ਸਮਹਾਓ ਟੂ ਬੀ ਅ ਸੋਰਟ ਆਫ ਸਲਾਈਟ। ਮੈਨੂੰ ਲੱਗਾ ਕਿਸੇ ਕਿਸਮ ਦੀ ਇਹ ਕਮੀ ਆ ਵੀ ਜੇ ਮੈਨੂੰ ਇਹ ਤੋਂ ਲੈ ਕੇ ਬਾਕੀ ਸਾਰੀਆਂ ਡਿਸੀਜ਼ ਹੈਗੀਆਂ ਤਾਂ ਮੈਨੂੰ ਇਹ ਬਿਮਾਰੀ ਕਿਉਂ ਨਹੀਂ ਹੈ। ਵਾਈ ਹੈਡ ਨੋਟ ਆਈ ਗੋਟ ਹਾਊਸਮੇਟਸ ਨੀ। ਮੈਨੂੰ ਇਹ ਬਿਮਾਰੀ ਕਿਉਂ ਨਹੀਂ ਹੋਈ। ਵਾਈ ਦਿਸ ਇਨਵੀਡੀਅਸ ਰਿਜ਼ਰਵੇਸ਼ਨ। ਇਹ ਕਹਿੰਦਾ ਵੱਖਰੀ ਰਿਜ਼ਰਵੇਸ਼ਨ ਕਿਉਂ, ਇੱਕ ਬਿਮਾਰੀ ਦੀ ਕਿਉਂ ਰਹਿ ਗਈ, ਇਹ ਵੀ ਕਿਉਂ ਨਹੀਂ ਹੋਈ ਮੈਨੂੰ। ਆਫਟਰ ਵਾਈਲ ਹਾਊਐਵਰ ਲੈਸ ਗ੍ਰੈਸਪਿੰਗ ਫੀਲਿੰਗ ਪ੍ਰਵੇਲਡ। ਕੁਛ ਸਮੇਂ ਬਾਅਦ ਮੇਰੀਆਂ ਜਿਹੜੀਆਂ ਫੀਲਿੰਗਸ ਆ ਉਹ ਲੈਸ ਗ੍ਰੈਸਪਿੰਗ ਹੋ ਗਈਆਂ। ਮੈਨੂੰ ਲੱਗਾ ਚਲੋ ਥੋੜ੍ਹਾ ਮੈਂ ਜ਼ਿਆਦਾ ਗ੍ਰੀਡੀ ਨਾ ਹੋਵਾਂ, ਜ਼ਿਆਦਾ ਲਾਲਚੀ ਨਾ ਹੋਵਾਂ। ਆਈ ਰਿਫਲੈਕਟਡ ਦੈਟ ਆਈ ਹੈਡ ਐਵਰੀ ਅਦਰ ਨੋਨ ਮੈਲਡੀ in the pharmacology and I grew less selfish and determined to do without housemates ਨੀ। ਕਹਿੰਦਾ ਫਿਰ ਮੈਂ ਸੋਚਿਆ ਕਿ ਬਾਕੀ ਸਾਰੀਆਂ ਜਿੰਨੀਆਂ ਵੀ ਮੈਲਡੀਜ਼ ਹੈ ਮੈਨੂੰ ਸਾਰੀਆਂ ਹੈਗੀਆਂ ਬਿਮਾਰੀਆਂ, ਤਾਂ ਦੈਨ ਮੈਂ ਘੱਟ ਸਵਾਰਥੀ ਹੋ ਜਾ, ਇੱਕ ਬਿਮਾਰੀ ਨਹੀਂ ਵੀ ਹੋਈ ਹੈ ਮੈਨੂੰ ਤਾਂ ਚਲੋ ਕੋਈ ਗੱਲ ਨਹੀਂ। ਗਾਊਟ ਇਨ ਇਟਸ ਮੋਸਟ ਮੈਲੀਗਨੈਂਟ ਸਟੇਜ। ਜੋ ਗਾਊਟ ਡਿਸੀਜ਼ ਹੈ
ਉਹ ਵੀ ਮੈਨੂੰ ਕਹਿੰਦਾ ਹੈ, ਬਟ ਉਹ ਹੈ ਵੀ ਬਹੁਤ ਮੈਲੀਗਨੈਂਟ ਸਟੇਜ 'ਤੇ ਆ, ਬੜੀ ਇੰਜਰੀਅਸ, ਬੜੀ ਹਾਰਮਫੁਲ ਸਟੇਜ 'ਤੇ ਆ। ਸੋ ਗਾਊਟ ਵੀ ਇੱਕ ਸਾਡੇ ਜੁਆਇੰਟਸ ਦੇ ਵਿੱਚ, ਜੋੜਾਂ ਦੇ ਵਿੱਚ ਪੇਨ ਦੀ ਬਿਮਾਰੀ ਹੈ। ਇਟ ਵੁੱਡ ਅਪੀਅਰ ਹੈਡ ਸੀਜ਼ਡ ਮੀ ਵਿਦਾਊਟ ਮਾਈ ਬੀਇੰਗ ਅਵੇਅਰ ਆਫ ਇਟ। ਇੱਦਾਂ ਲੱਗਦਾ ਕਿ ਇਹ ਬਿਮਾਰੀ ਮੈਨੂੰ ਪਤਾ ਹੀ ਨਹੀਂ ਲੱਗਾ, ਇਹ ਕਾਫੀ ਲੰਬੇ ਸਮੇਂ ਤੋਂ ਮੈਨੂੰ ਬਿਮਾਰੀ ਹੈਗੀ, ਇਹਨੇ ਸੀਜ਼ ਕੀਤਾ ਹੋਇਆ ਵਾ। ਐਂਡ ਜਮੋਸਿਸ ਭਾਵ ਹੁਣ ਜੈਡ 'ਤੇ ਆ ਗਿਆ, ਲਾਸਟ ਬਿਮਾਰੀ 'ਤੇ ਆ ਗਿਆ ਕਿ ਜਮੋਸਿਸ ਆਈ ਹੈਡ ਈਵੀਡੈਂਟਲੀ ਬਿਨ ਸਫਰਿੰਗ ਵਿਦ ਫਰੋਮ ਬॉयहुड। ਜਮੋਸਿਸ ਇੱਕ ਕਿਸਮ ਦੀ ਇਨਫੈਕਸ਼ਨ ਦੀ ਡਿਸੀਜ਼ ਹੈ ਅਤੇ ਮੈਨੂੰ ਇਹ ਬਿਮਾਰੀ ਵੀ ਹੈ, ਔਰ ਮੈਂ ਬॉयहुड ਤੋਂ ਕਾਫੀ ਲੰਬੇ ਟਾਈਮ ਤੋਂ ਇਸ ਬਿਮਾਰੀ ਨਾਲ ਵੀ ਮੈਂ ਪੀੜਤ ਹਾਂ। There was no more diseases after Gemosis, so I concluded there was nothing else the matter with me. ਜਮੋਸਿਸ ਤੋਂ ਅੱਗੇ ਉਹ ਬੁੱਕ ਖ਼ਤਮ ਹੋ ਗਈ ਜੈਡ 'ਤੇ ਆਣ ਕੇ, ਅਤੇ ਮੈਂ ਕੰਕਲੂਡ ਕੀਤਾ ਕਿ ਬਾਕੀ ਮੈਂ ਸਭ ਠੀਕ ਠਾਕ ਹਾਂ। ਭਾਵ ਇੱਥੇ ਵੀ ਇੱਕ ਹਾਸੇ ਵਿੱਚ ਕਹਿ ਰਿਹਾ ਕਿ ਸਾਰੀਆਂ ਬਿਮਾਰੀਆਂ ਤਾਂ ਉਹਨੂੰ ਲੱਗ ਗਈਆਂ ਕਿ ਮੈਨੂੰ ਹੈਗੀਆਂ ਵਾ, ਅਤੇ ਵੀ ਫਿਰ ਵੀ ਮੈਂ ਠੀਕ ਹਾਂ, ਹੋਰ ਕੁਝ ਹੈ ਨਹੀਂ ਗਾ। I sat and pondered. I thought, what an interesting case I must be from a medical point of view. I sat, ਮੈਂ ਬੈਠ ਗਿਆ, pondered means ਸੋਚਣਾ, ਮੈਂ ਵਿਚਾਰਨ ਲੱਗ ਪਿਆ, ਸੋਚਣ ਲੱਗ ਪਿਆ, ਅਤੇ ਮੈਂ ਸੋਚਿਆ ਕਿ ਮੈਂ ਕਿੰਨਾ ਇੰਟਰਸਟਿੰਗ ਕੇਸ ਹਾਂ ਮੈਡੀਕਲ ਪੁਆਇੰਟ ਆਫ ਵਿਊ ਤੋਂ। what an acquisitions I should be to a class. ਕਿਸੇ ਕਲਾਸ ਵਾਸਤੇ ਕਹਿੰਦਾ ਮੈਂ ਕਿੱਡੀ ਵੱਡੀ ਪ੍ਰਾਪਤੀ ਹੋਊਗਾ ਕਿਸੇ ਮੈਡੀਕਲ ਕਲਾਸ ਵਾਸਤੇ। ਸਟੂਡੈਂਟਸ ਵੁੱਡ ਹੈਵ ਨੋ ਨੀਡ ਟੂ ਵਾਕ ਦ ਹੋਸਪੀਟਲਸ। ਸਟੂਡੈਂਟਸ ਨੂੰ ਕਹਿੰਦਾ ਹੋਸਪੀਟਲ ਜਾਣ ਦੀ ਲੋੜ ਹੀ ਨਹੀਂ, ਜਿਹੜੇ ਮੈਡੀਕਲ ਸਟੱਡੀ ਕਰਦੇ ਆ ਉਹ ਹੋਸਪੀਟਲ ਜਾਂਦੇ ਸਟੂਡੈਂਟਸ ਉੱਥੇ ਪ੍ਰੈਕਟਿਸ ਕਰਨ ਵਾਸਤੇ, ਬਿਮਾਰੀਆਂ ਦੀ ਸਟੱਡੀ ਕਰਨ ਵਾਸਤੇ। ਇਫ ਦੇ ਹੈਡ ਮੀ, ਜੇ ਉਹਨਾਂ ਨੂੰ ਮੈਂ ਮਿਲ ਗਿਆ, ਉਹਨਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ। ਆਈ ਵਾਜ਼ ਅ ਹੋਸਪੀਟਲ ਇਨ ਮਾਈ ਸੈਲਫ, ਮੈਂ ਆਪਣੇ ਆਪ ਵਿੱਚ ਹੀ ਹੋਸਪੀਟਲ ਹਾਂ। ਆਲ ਦੇ ਨੀਡ ਡੂ ਵੁੱਡ ਬੀ ਟੂ ਵਾਕ ਰਾਊਂਡ ਮੀ ਐਂਡ ਆਫਟਰ ਦੈਟ ਟੇਕ ਦੇਅਰ ਡਿਪਲੋਮਾ। ਉਹਨਾਂ ਨੂੰ ਬਸ ਇੰਨਾ ਹੀ ਕੰਮ ਕਰਨ ਦੀ ਲੋੜ ਆ ਕਿ ਮੇਰੇ ਆਲੇ ਦੁਆਲੇ ਉਹ ਵਾਕ ਕਰਨ, ਇੱਕ ਗੇੜਾ ਕੱਢਣ ਇੱਕ, ਅਤੇ ਡਿਪਲੋਮਾ ਉਹਨਾਂ ਨੂੰ ਮਿਲ ਜਾਣਾ। ਭਾਵ ਮੇਰਾ ਇਲਾਜ ਕਰ ਲੈਣ, ਸਾਰੀਆਂ ਡਿਸੀਜ਼ਸ ਤਾਂ ਮੈਨੂੰ ਹੈਗੀਆਂ ਵਾ, ਅਤੇ ਡਿਪਲੋਮਾ ਉਹਨਾਂ ਦਾ ਪੂਰਾ ਹੋ ਜਾਣਾ। ਦੈਨ ਆਈ ਵੰਡਰਡ ਹਾਊ ਲੌਂਗ ਆਈ ਹੈਡ ਟੂ ਲਿਵ। ਫਿਰ ਮੈਂ ਸੋਚਣ ਲੱਗ ਪਿਆ ਕਿ ਹੁਣ ਮੈਂ ਸਾਰੀਆਂ ਡਿਸੀਜ਼ ਤਾਂ ਮੈਨੂੰ ਹੈਗੀਆਂ, ਮੈਂ ਜੀਂਦਾ ਕਿੰਨਾ ਚਿਰ ਰਹੂੰਗਾ। ਆਈ ਟਰਾਈ ਟੂ ਐਗਜ਼ਾਮਿਨ ਮਾਈ ਸੈਲਫ, ਮੈਂ ਆਪਣੇ ਆਪ ਨੂੰ ਐਗਜ਼ਾਮਿਨ ਕਰਨ ਲੱਗ ਪਿਆ। ਆਈ ਫੈਲਟ ਮਾਈ ਪਲਸ, ਮੈਂ ਆਪਣੀ ਪਲਸ ਨਬਜ਼ ਮਹਿਸੂਸ ਕਰਨੀ ਸ਼ੁਰੂ ਕੀਤੀ। ਆਈ ਕੁਡ ਨੋਟ ਐਟ ਫਸਟ ਫਾਈਂਡ ਐਨੀ ਪਲਸ ਐਟ ਆਲ, ਪਹਿਲਾਂ ਮੈਨੂੰ ਆਪਣੀ ਪਲਸ ਹੀ ਨਹੀਂ ਲੱਭੀ। ਦੈਨ ਆਲ ਆਫ ਅ ਸਡਨ ਇਟ ਸੀਮ ਟੂ ਸਟਾਰਟ ਆਫ। ਆਈ ਪੁਲਡ ਆਊਟ ਮਾਈ ਵਾਚ ਐਂਡ ਟਾਈਮਡ ਇਟ, ਮੈਂ ਆਪਣੀ ਵਾਚ ਕੱਢੀ ਅਤੇ ਉਹਨੂੰ ਗਿਣਨ ਲੱਗ ਪਿਆ। ਆਈ ਮੇਡ ਇਟ 147 ਟੂ ਦਾ ਮਿੰਟ, ਅਤੇ 1 ਮਿੰਟ ਵਿੱਚ 147 ਟਾਈਮ ਜਿਹੜੀ ਮੇਰੀ ਪਲਸ ਸੀ। ਹਾਲਾਂਕਿ ਨੋਰਮਲ ਜਿਹੜੀ ਪਲਸ ਬੀਟਿੰਗ ਹੈ ਉਹ 60 ਤੋਂ 100 ਦੇ ਵਿਚਕਾਰ ਹੁੰਦੀ ਹੈ। ਆਈ ਟਰਾਈ ਟੂ ਫੀਲ ਮਾਈ ਹਾਰਟ, ਮੈਂ ਫਿਰ ਆਪਣਾ ਦਿਲ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਧੜਕਦਾ ਕਿ ਨਹੀਂ ਧੜਕਦਾ। ਆਈ ਕੁਡ ਨੋਟ ਫੀਲ ਮਾਈ ਹਾਰਟ, ਮੈਨੂੰ ਹਾਰਟ ਹੀ ਆਪਣਾ ਨਹੀਂ ਮਹਿਸੂਸ ਹੋਇਆ। ਇਟ ਹੈਡ ਸਟੋਪਡ ਬੀਟਿੰਗ, ਲੱਗਦਾ ਸੀ ਜਿਵੇਂ ਧੜਕਣੋਂ ਇਹ ਬੰਦ ਹੀ ਕਰਤਾ ਇਹਨੇ। ਆਈ ਹੈਵ ਸਿੰਸ ਬੀਨ ਇੰਡਿਊਸਡ ਟੂ ਕਮ ਟੂ ਦਾ ਓਪੀਨੀਅਨ ਦੈਟ ਇਟ ਮਸਟ ਹੈਵ ਬੀਨ ਦੇਅਰ ਆਲ ਦਾ ਟਾਈਮ ਐਂਡ ਮਸਟ ਹੈਵ ਬੀਨ ਬੀਟਿੰਗ। ਫਿਰ ਕਹਿੰਦਾ ਮੈਂ ਆਪਣੇ ਆਪ ਨੂੰ ਇਹ ਮਨਾਇਆ ਕਿ ਨਹੀਂ, ਦਿਲ ਤਾਂ ਹੋਣਾ ਹੀ ਆ ਔਰ ਧੜਕਦਾ ਵੀ ਹੋਣਾ ਹੀ ਆ, ਬਟ ਆਈ ਕੈਨ ਨੋਟ ਅਕਾਊਂਟ ਫॉर ਇਟ, ਅਤੇ ਮੈਨੂੰ ਨਹੀਂ ਇਹ ਪਤਾ ਲੱਗ ਰਿਹਾ ਹੈ। ਆਈ ਪੈਟਡ ਮਾਈ ਸੈਲਫ ਆਲ ਓਵਰ ਮਾਈ ਫਰੰਟ ਫਰੋਮ ਵਟ ਆਈ ਕਾਲ ਮਾਈ ਵੇਸਟ ਅਪ ਟੂ ਮਾਈ ਹੈਡ। ਕਹਿੰਦਾ ਮੈਂ ਆਪਣੇ ਥੱਲਿਓਂ ਵੇਸਟ ਤੋਂ ਲੈ ਕੇ ਸਿਰ ਤੱਕ ਸਾਰੇ ਫਰੰਟ ਵਾਲੇ ਹਿੱਸੇ ਨੂੰ ਟੋਹ ਕੇ ਦੇਖਿਆ, ਥਪਥਪਾ ਕੇ ਦੇਖਿਆ, ਪੈਟ ਕਰਕੇ ਦੇਖਿਆ। ਐਂਡ ਆਈ ਵੈਂਟ ਅ ਬਿਟ ਰਾਊਂਡ ਈਚ ਸਾਈਡ, ਹਰ ਪਾਸੇ ਨੂੰ ਥੋੜ੍ਹਾ ਜਿਹਾ ਸਾਈਡਾਂ ਨੂੰ ਵੀ ਮੈਂ ਦੇਖਿਆ। ਐਂਡ ਲਿਟਲ ਵੇ ਅਪ ਦਾ ਬੈਕ, ਪਿੱਛੇ ਢੂਈ ਵੱਲ ਵੀ ਕਹਿੰਦਾ ਬੈਕ ਸਾਈਡ 'ਤੇ ਵੀ ਦੇਖਿਆ ਮੈਂ। ਬਟ ਆਈ ਕੁਡ ਨੋਟ ਫੀਲ ਔਰ ਹੀਅਰ ਐਨੀਥਿੰਗ, ਮੈਨੂੰ ਕੁਝ ਵੀ ਸੁਣਿਆ ਹੀ ਨਹੀਂ, ਦਿਲ ਕਿਤੋਂ ਲੱਭਾ ਹੀ ਨਹੀਂ। ਆਈ ਟਰਾਈ ਟੂ ਲੁੱਕ ਐਟ ਮਾਈ ਟੰਗ, ਫਿਰ ਕਹਿੰਦਾ ਮੈਂ ਕਿਹਾ ਮੈਂ ਟੰਗ ਜਿਹੜਾ ਆਪਣੀ ਜੀਭ ਨੂੰ ਵੀ ਦੇਖਾਂ। ਆਈ ਸਟੱਕ ਇਟ ਆਊਟ ਐਜ਼ ਫਾਰ ਐਜ਼ ਐਵਰ ਆਈ ਵੁੱਡ ਗੋ, ਅਤੇ ਜਿੰਨੀ ਕਹਿੰਦਾ ਜੀਭ ਮੇਰੇ ਕੋਲ ਬਾਹਰ ਨਿਕਲਦੀ ਸੀ ਮੈਂ ਉਹ ਸਟੱਕ ਆਊਟ ਕੀਤੀ। ਐਂਡ ਆਈ ਸ਼ਟ ਵਨ ਆਈ, ਇੱਕ ਅੱਖ ਮੈਂ ਬੰਦ ਕਰ ਲਈ। ਐਂਡ ਟਰਾਈ ਟੂ ਐਗਜ਼ਾਮਿਨ ਇਟ ਵਿਦ ਅਦਰ, ਅਤੇ ਦੂਸਰੀ ਅੱਖ ਦੇ ਨਾਲ ਮੈਂ ਇਹਨੂੰ ਜਿਹੜਾ ਦੇਖਣ ਲੱਗ ਪਿਆ, ਐਗਜ਼ਾਮਿਨ ਕਰਨ ਲੱਗ ਪਿਆ। ਆਈ ਕੁਡ ਓਨਲੀ ਸੀ ਦਾ ਟਿਪ, ਅਤੇ ਮੈਨੂੰ ਜਸਟ ਇੱਕ ਟਿਪ ਹੀ ਆਪਣੀ ਦਿਖਾਈ ਦਿੱਤੀ, ਭਾਵ ਜੀਭ ਦਾ ਸਿਰਾ ਹੀ ਦਿਖਾਈ ਦਿੱਤਾ। ਐਂਡ ਦਾ ਓਨਲੀ ਥਿੰਗ ਆਈ ਕੁਡ ਗੇਨ ਫਰੋਮ ਦੈਟ ਵਾਜ਼ ਟੂ ਫੀਲ ਮੋਰ ਸਰਟਨ ਦੈਨ ਬਿਫੋਰ ਦੈਟ ਆਈ ਹੈਡ ਸਕਾਰਲੈਟ ਫੀਵਰ, ਅਤੇ ਕਹਿੰਦਾ ਜੀਭ ਦੇਖ ਕੇ ਮੈਨੂੰ ਇੱਕ ਚੀਜ਼ ਹੋਰ ਯਕੀਨ ਹੋ ਗਿਆ ਕਿ ਮੈਨੂੰ ਸਕਾਰਲੈਟ ਫੀਵਰ ਨਾਂ ਦੀ ਜਿਹੜੀ ਬਿਮਾਰੀ ਹੈ ਉਹ ਹੈਗੀ ਹੈ। ਇੱਕ ਕਿਸਮ ਦੀ ਡਿਸੀਜ਼ ਹੈ, ਬੁਖਾਰ ਹੁੰਦਾ ਹੈ, ਗਲਾ ਦੁਖਦਾ ਹੈ, ਅਤੇ ਰੈੱਡ ਕਲਰ ਦੇ ਰੈਸ਼ ਵੀ ਸਾਡੇ ਸਰੀਰ 'ਤੇ ਪੈ ਜਾਂਦੇ ਨੇ। ਸੋ ਮੈਨੂੰ ਕਹਿੰਦਾ ਇਹ ਬਿਮਾਰੀ ਵੀ ਹੈਗੀ ਹੈ। ਆਈ ਹੈਡ ਵਾਕਡ ਇਨ ਟੂ ਦੈਟ ਰੀਡਿੰਗ ਰੂਮ ਅ ਹੈਪੀ ਹੈਲਥੀ ਮੈਨ,
ਕਹਿੰਦਾ ਮੈਂ ਇਸ ਕਮਰੇ ਵਿੱਚ ਜਦੋਂ ਗਿਆ ਸੀ ਮੈਂ ਪੂਰਾ ਖੁਸ਼ ਤੰਦਰੁਸਤ ਆਦਮੀ ਸੀ, ਜਸਟ ਇੱਕ ਛੋਟੀ ਜਿਹੀ ਬਿਮਾਰੀ ਬਾਰੇ ਪੜ੍ਹਨ ਆਇਆ ਸੀ। ਆਈ ਕ੍ਰੋਲਡ ਆਊਟ ਅ ਡੀਕ੍ਰੇਪਿਟ ਰੈਕ, ਅਤੇ ਮੈਂ ਜਦੋਂ ਹੁਣ ਬਾਹਰ ਆਇਆ ਮੈਂ ਕ੍ਰੋਲਡ ਆਊਟ ਰੇਂਗਦਾ ਹੋਇਆ ਬਾਹਰ ਆਇਆ। ਡੀਕ੍ਰੇਪਿਟ ਰੈਕ, ਡੀਕ੍ਰੇਪਿਟ ਜੋ ਕਿ ਵੀਕ ਹੋ ਗਿਆ ਵਾ, ਰੈਕ ਵੀ ਜੋ ਕਿ ਕਮਜ਼ੋਰ ਹੈ, ਤਬਾਹ ਹੋਇਆ ਹੋਇਆ ਹੈ। ਪਰ ਮੈਂ ਇੱਕ ਬਿਲਕੁਲ ਬਿਮਾਰ ਹੋ ਕੇ ਮੈਂ ਬਾਹਰ ਆ ਗਿਆ ਅਤੇ ਗਿਆ ਮੈਂ ਤੰਦਰੁਸਤ ਸੀਗਾ। ਆਈ ਵੈਂਟ ਟੂ ਮਾਈ ਮੈਡੀਕਲ ਮੈਨ, ਹੀ ਇਜ਼ ਐਨ ਓਲਡ ਚਮ ਆਫ ਮਾਈਨ। ਮੈਂ ਆਪਣੇ ਮੈਡੀਕਲ ਮੈਨ ਪਰ ਮੇਰਾ ਜੋ ਡਾਕਟਰ ਹੈ ਉਹਦੇ ਕੋਲ ਚਲਾ ਗਿਆ। ਉਹ ਮੇਰਾ ਓਲਡ ਚਮ ਮੀਨਸ ਫਰੈਂਡ ਹੈ, ਮੇਰਾ ਪੁਰਾਣਾ ਦੋਸਤ ਸੀਗਾ। ਐਂਡ ਫੀਲਜ਼ ਮਾਈ ਪਲਸ, ਉਹਨੇ ਮੇਰੀ ਪਲਸ ਫੀਲ ਕੀਤੀ। ਐਂਡ ਲੁਕਸ ਐਟ ਮਾਈ ਟੰਗ, ਉਹਨੇ ਮੇਰੀ ਜੀਭ ਵੱਲ ਦੇਖਿਆ। ਐਂਡ ਟਾਕਸ ਅਬਾਊਟ ਦਾ ਵੈਦਰ ਆਲ ਫॉर ਨਥਿੰਗ ਵੈਨ ਆਈ ਫੈਂਸੀ ਆਈ ਐਮ ਇਲ। ਫਿਰ ਉਹਨੇ ਵੈਦਰ ਬਾਰੇ ਗੱਲਬਾਤ ਕੀਤੀ ਅਤੇ ਬਿਨਾਂ ਮੀਨਸ ਆਲੇ ਦੁਆਲੇ ਕੋਈ ਖਾਸ ਪਰਪਸ ਨਹੀਂ, ਜਸਟ ਉਹ ਵੈਦਰ ਬਾਰੇ ਗੱਲਾਂ ਕਰਦਾ ਰਿਹਾ, ਜਦ ਕਿ ਮੈਂ ਇਹ ਕਲਪਨਾ ਕਰ ਰਿਹਾ ਸੀ ਕਿ ਮੈਂ ਬਿਮਾਰ ਹਾਂ। ਸੋ ਆਈ ਥੋਟ ਆਈ ਵੁੱਡ ਡੂ ਹਿਮ ਅ ਗੁੱਡ ਟਰਨ ਬਾਈ ਗੋਇੰਗ ਟੂ ਹਿਮ ਨਾਓ। ਮੈਂ ਸੋਚਿਆ ਸੀ ਕਿ ਜੇ ਮੈਂ ਹੁਣ ਆਪਣੇ ਦੋਸਤ ਕੋਲ ਜਾਊਂਗਾ, ਡਾਕਟਰ ਕੋਲ ਜਾਊਂਗਾ ਅਤੇ ਉਹਦੇ ਲਈ ਮੈਂ ਬਹੁਤ ਵਧੀਆ ਹੋਊਂਗਾ। ਵਾਟ ਅ ਡਾਕਟਰ ਵਾਂਟਸ, ਕਿਉਂਕਿ ਡਾਕਟਰ ਕੀ ਚਾਹੁੰਦਾ ਵਾ। ਆਈ ਸੈਡ ਇਜ਼ ਪ੍ਰੈਕਟਿਸ, ਅਤੇ ਮੈਂ ਕਿਹਾ ਸੀ ਵੀ ਇਹ ਪ੍ਰੈਕਟਿਸ ਚਾਹੀਦੀ ਡਾਕਟਰ ਨੂੰ, ਤਾਂ ਇੱਕ ਮਰੀਜ਼ ਚਾਹੀਦੇ ਆ, ਪ੍ਰੈਕਟਿਸ ਚਾਹੀਦੀ ਹੈ। ਹੀ ਸ਼ੈਲ ਹੈਵ ਮੀ, ਹੀ ਵਿਲ ਗੈਟ ਮੋਰ ਪ੍ਰੈਕਟਿਸ ਆਊਟ ਆਫ ਮੀ ਦੈਨ ਆਊਟ ਆਫ 1700 ਆਫ ਯੂਅਰ ਆਰਡੀਨਰੀ ਕਾਮਨ ਪਲੇਸ ਪੇਸ਼ੈਂਟਸ ਵਿਦ ਓਨਲੀ 1 or 2 ਡਿਸੀਜ਼ਜ਼ ਈਚ। ਕਹਿੰਦਾ ਲਗਭਗ ਜੇ 1700 ਹੋਰ ਪੇਸ਼ੈਂਟ ਜਾਣ ਨਾ ਜਿਨ੍ਹਾਂ ਨੂੰ 1-2 ਬਿਮਾਰੀਆਂ ਵਾ, ਉਹਨਾਂ ਦੇ ਬਰਾਬਰ ਤਾਂ ਮੈਂ ਇਕੱਲਾ ਹੀ ਹੈ, ਕਿਉਂਕਿ ਮੈਨੂੰ ਸਾਰੀਆਂ ਬਿਮਾਰੀਆਂ ਹੈਗੀਆਂ ਵਾ ਅਤੇ ਡਾਕਟਰ ਨੂੰ ਜਿਹੜੀ ਪ੍ਰੈਕਟਿਸ ਹੈ ਮੇਰੇ ਤੋਂ ਉਹਨਾਂ ਨੂੰ ਜ਼ਿਆਦਾ ਮਿਲ ਜਾਣੀ ਆ। ਸੋ ਆਈ ਵੈਂਟ ਸਟਰੇਟ ਅਪ ਐਂਡ ਸੌ ਹਿਮ ਐਂਡ ਹੀ ਸੈਡ ਵੈਲ ਵਾਟ ਇਜ਼ ਦਾ ਮੈਟਰ ਵਿਦ ਯੂ। ਕਹਿੰਦਾ ਇਸ ਕਰਕੇ ਮੈਂ ਸਿੱਧਾ ਹੀ ਡਾਕਟਰ ਕੋਲ ਗਿਆ ਅਤੇ ਉਹਨੇ ਮੈਨੂੰ ਪੁੱਛਿਆ ਕਿ ਵਾਟ ਇਜ਼ ਦਾ ਮੈਟਰ ਵਿਦ ਯੂ, ਤੈਨੂੰ ਕੀ ਹੋਇਆ ਵਾ। ਆਈ ਸੈਡ ਆਈ ਵਿਲ ਨੋਟ ਟੇਕ ਅਪ ਯੂਅਰ ਟਾਈਮ ਡੀਅਰ ਬੋਆਏ ਵਿਦ ਟੈਲਿੰਗ ਯੂ ਵਾਟ ਇਜ਼ ਦਾ ਮੈਟਰ ਵਿਦ ਮੀ। ਕਹਿੰਦਾ ਉਹਨੂੰ ਮੈਂ ਕਿਹਾ ਮੈਂ ਤੇਰਾ ਸਮਾਂ ਖ਼ਰਾਬ ਨਹੀਂ ਕਰੂੰਗਾ ਇਹ ਦੱਸਦੇ ਹੋਇਆ ਕਿ ਮੈਨੂੰ ਕੀ ਹੋਇਆ ਵਾ। ਬਟ ਆਈ ਵਿਲ ਟੈਲ ਯੂ ਵਾਟ ਇਜ਼ ਨੋਟ ਦਾ ਮੈਟਰ ਵਿਦ ਮੀ, ਮੈਂ ਦੱਸ ਦਿੰਦਾ ਵਾਂ ਕਿ ਮੈਨੂੰ ਕੀ ਨਹੀਂ ਹੋਇਆ। ਆਈ ਹੈਵ ਨੋਟ ਗੋਟ ਹਾਊਸਮੇਟਸ ਨੀ, ਮੈਨੂੰ ਇੱਕ ਬਿਮਾਰੀ ਹਾਊਸਮੇਟਸ ਨੀ ਇਹ ਬਿਮਾਰੀ ਨਹੀਂ ਹੋਈ। ਵਾਈ ਆਈ ਹੈਵ ਨੋਟ ਗੋਟ ਹਾਊਸਮੇਟਸ ਨੀ ਆਈ ਕੈਨ ਨੋਟ ਟੈਲ ਯੂ, ਇਹ ਬਿਮਾਰੀ ਮੈਨੂੰ ਕਿਉਂ ਨਹੀਂ ਹੋਈ ਮੈਂ ਦੱਸ ਨਹੀਂ ਸਕਦਾ। ਬਟ ਦਾ ਫੈਕਟ ਮੀਨਸ ਦੈਟ ਆਈ ਹੈਵ ਨੋਟ ਗੋਟ ਇਟ, ਪਰ ਸੱਚਾਈ ਇਹੀ ਹੈ ਕਿ ਮੈਨੂੰ ਇਹ ਬਿਮਾਰੀ ਨਹੀਂ ਹੋਈ। ਐਵਰੀਥਿੰਗ ਐਲਸ ਹਾਊਐਵਰ ਆਈ ਹੈਵ ਗੋਟ, ਇਸ ਤੋਂ ਇਲਾਵਾ ਬਾਕੀ ਸਾਰੀਆਂ ਬਿਮਾਰੀਆਂ ਮੈਨੂੰ ਹੈਗੀਆਂ ਵਾ। ਐਂਡ ਆਈ ਟੋਲਡ ਹਿਮ ਹਾਊ ਆਈ ਕੇਮ ਟੂ ਡਿਸਕਵਰ ਇਟ ਆਲ, ਅਤੇ ਨਾਲੇ ਉਹਨੂੰ ਮੈਂ ਦੱਸਿਆ ਵੀ ਮੈਨੂੰ ਕਿਵੇਂ ਪਤਾ ਲੱਗਾ ਮੈਨੂੰ ਬਿਮਾਰੀਆਂ ਹੈਗੀਆਂ। ਭਾਵੇਂ ਮੈਂ ਇੱਕ ਬੁੱਕ ਸਟੱਡੀ ਕੀਤੀ ਜਿਹਦੇ ਵਿੱਚ ਸਾਰੇ ਸਿੰਪਟਮਸ ਨੇ ਬਿਮਾਰੀਆਂ ਦੇ, ਅਤੇ ਉਹਨੂੰ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਮੈਨੂੰ ਬਿਮਾਰੀਆਂ ਹੈਗੀਆਂ ਵਾ। Then he opened me and looked down me and clutched hold of my wrist and then he hit me over the chest when I was not expecting it. ਉਹਨੇ ਫਿਰ ਮੈਨੂੰ ਦੇਖਣਾ ਸ਼ੁਰੂ ਕੀਤਾ, ਮੇਰੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ, ਮੇਰੀ ਰਿਸਟ ਉਹਨੇ ਫੜ ਕੇ ਉਹਨੂੰ ਦੇਖਿਆ, ਫਿਰ ਉਹਨੇ ਮੈਨੂੰ ਚੈਸਟ ਦੇ ਉੱਪਰ ਹਿੱਟ ਕੀਤਾ ਜਦੋਂ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇੱਦਾਂ ਹਿੱਟ ਕਰਕੇ ਚੈਸਟ 'ਤੇ ਚੈੱਕ ਕਰੂਗਾ। ਅਤੇ ਫਿਰ ਆਫਟਰਵਰਡਸ ਉਸ ਤੋਂ ਬਾਅਦ ਉਹਨੇ ਬਟਨ ਮੀ ਵਿਦ ਦਾ ਸਾਈਡ ਆਫ ਹਿਜ਼ ਹੈਡ, ਆਪਣਾ ਸਿਰ ਲਾ ਕੇ ਉਹਨੇ ਕੰਨ ਲਾ ਕੇ ਅਤੇ ਭਾਵ ਉਹਨੇ ਮੈਨੂੰ ਇੱਕ ਸਾਈਡ ਤੋਂ ਮੇਰੀ ਧੜਕਣ ਜਾਂ ਜੋ ਵੀ ਹੈ ਉਹਨੂੰ ਵੀ ਸੁਣਿਆ ਉਹਨੇ। ਆਫਟਰ ਦੈਟ ਹੀ ਸੈਟ ਡਾਊਨ, ਫਿਰ ਉਹ ਬੈਠ ਗਿਆ। ਐਂਡ ਰੋਟ ਆਊਟ ਪ੍ਰਸਕ੍ਰਿਪਸ਼ਨਸ, ਫਿਰ ਉਹਨੇ ਇੱਕ ਪ੍ਰਸਕ੍ਰਿਪਸ਼ਨ ਇੱਕ ਜਿਹੜੀ ਪਰਚੀ ਜਿਹਨੂੰ ਕਹਿੰਦੇ ਆਪਾਂ ਲਿਖਤੀ ਉਹਨੇ। ਐਂਡ ਫੋਲਡਡ ਇਟ ਅਪ ਐਂਡ ਗੇਵ ਇਟ ਟੂ ਮੀ, ਅਤੇ ਉਹਨੇ ਉਹ ਪਰਚੀ ਮੈਨੂੰ ਦੇ ਦਿੱਤੀ। ਐਂਡ ਆਈ ਪੁੱਟ ਇਟ ਇਨ ਮਾਈ ਪੋਕਿਟ ਐਂਡ ਵੈਂਟ ਆਊਟ, ਅਤੇ ਮੈਂ ਉਹ ਪਰਚੀ ਆਪਣੀ ਪੋਕਿਟ ਵਿੱਚ ਪਾਈ ਅਤੇ ਉੱਥੋਂ ਚਲਾ ਗਿਆ। ਆਈ ਡਿਡ ਨੋਟ ਓਪਨ ਇਟ, ਮੈਂ ਉਹਨੂੰ ਓਪਨ ਨਹੀਂ ਕੀਤਾ। ਆਈ ਟੁੱਕ ਇਟ ਟੂ ਦਾ ਨੀਅਰੈਸਟ ਕੈਮਿਸਟ, ਮੈਂ ਨੇੜੇ ਜੋ ਦਵਾਈਆਂ ਵਾਲੀ ਦੁਕਾਨ ਸੀ ਉੱਥੇ ਚਲਾ ਗਿਆ। ਐਂਡ ਹੈਂਡਡ ਇਟ ਇਨ, ਅਤੇ ਉਹ ਅੰਦਰ ਦਵਾਈ ਦੀ ਪਰਚੀ ਦੇ ਦਿੱਤੀ ਮੈਂ। ਦਾ ਮੈਨ ਰੈਡ ਇਟ, ਉਹ ਆਦਮੀ ਨੇ ਉਹਨੂੰ ਪੜ੍ਹਿਆ। ਐਂਡ ਦੈਨ ਹੈਂਡਡ ਇਟ ਬੈਕ, ਉਹਨੇ ਵਾਪਸ ਪਰਚੀ ਮੋੜਤੀ। ਹੀ ਸੈਡ ਹੀ ਡਿਡਨਟ ਕੀਪ ਇਟ, ਉਹ ਕਹਿੰਦਾ ਮੇਰੇ ਕੋਲ ਹੈ ਨਹੀਂ। ਆਈ ਸੈਡ ਯੂ ਆਰ ਕੈਮਿਸਟ, ਮੈਂ ਕਿਹਾ ਤੂੰ ਕੈਮਿਸਟ ਹਾਂ, ਦਵਾਈਆਂ ਵੇਚਦਾ ਵਾਂ। ਹੀ ਸੈਡ ਆਈ ਐਮ ਅ ਕੈਮਿਸਟ, ਹਾਂ ਉਹ ਕਹਿੰਦਾ ਮੈਂ ਕੈਮਿਸਟ ਹਾਂ। ਇਫ ਆਈ ਵਾਜ਼ ਏ ਕੋਆਪਰੇਟਿਵ ਸਟੋਰ ਐਂਡ ਫੈਮਿਲੀ ਹੋਟਲ ਕੰਬਾਈਨ ਆਈ ਮਾਈਟ ਬੀ ਏਬਲ ਟੂ ਓਬਲਾਈਜ਼ ਯੂ, ਕਹਿੰਦਾ ਜੇਕਰ ਮੇਰਾ ਕੋਆਪਰੇਟਿਵ ਸਟੋਰ ਹੁੰਦਾ ਅਤੇ ਨਾਲ ਮੇਰਾ ਫੈਮਿਲੀ ਹੋਟਲ ਹੁੰਦਾ ਫਿਰ ਤੈਨੂੰ ਮੈਂ ਸਾਰੀਆਂ ਚੀਜ਼ਾਂ ਦੇ ਸਕਦਾ ਸੀ, ਫਿਰ ਤੇਰੀ ਮੈਂ ਮਦਦ ਕਰ ਸਕਦਾ ਸੀਗਾ। ਬੀਇੰਗ ਓਨਲੀ ਅ ਕੈਮਿਸਟ ਹੈਂਪਰਸ ਮੀ, ਪਰ ਮੈਂ ਇਕੱਲਾ ਕੈਮਿਸਟ ਹੀ, ਇਸ ਕਰਕੇ ਸਾਰੀਆਂ ਚੀਜ਼ਾਂ ਮੇਰੇ ਕੋਲ ਹੈ ਨਹੀਂ, ਇਹ ਮੈਨੂੰ ਕੈਮਿਸਟ ਹੋਣਾ ਰੋਕਦਾ ਵਾ, ਮੈਂ ਤੈਨੂੰ ਇਹ ਸਾਰੀਆਂ ਜੋ ਲਿਖਿਆ ਦੇ ਉੱਪਰ ਤੈਨੂੰ ਮੈਂ ਦੇ ਨਹੀਂ ਸਕਦਾ। ਆਈ ਰੈਡ ਦਾ ਪ੍ਰਸਕ੍ਰਿਪਸ਼ਨ, ਮੈਂ ਫਿਰ ਉਹ ਪ੍ਰਸਕ੍ਰਿਪਸ਼ਨ ਹੈ ਜਿਸ ਪਰਚੀ 'ਤੇ ਜੋ ਦਵਾਈਆਂ ਲਿਖੀਆਂ ਸੀ ਉਹਨੇ ਉਹ ਪਰਚੀ ਨੂੰ ਪੜ੍ਹਿਆ।
ਇਟ ਰੈਨ ਉੱਥੇ ਕੀ ਲਿਖਿਆ ਸੀ 1 pound ਬੀਫ ਸਟੀਕ, ਭਾਵ 1 ਪਾਊਂਡ ਜਿਹੜਾ ਵਾ ਉਹ ਬੀਫ ਸਟੀਕ, ਬੀਫ ਜੋ ਗਾਂ ਦਾ ਮਾਸ ਹੁੰਦਾ ਹੈ ਉਹ ਲਿਖਿਆ ਸੀ। 1 pint ਬਿਟਰ ਬੀਅਰ ਐਵਰੀ 6 hours। ਪਾਇੰਟ ਇੱਕ ਕਿਸਮ ਦੀ ਇੱਕ ਲਿਕੁਅਡ ਨੂੰ ਮਾਪਣ ਦਾ, ਜਿਵੇਂ ਅਸੀਂ ਲੀਟਰ ਕਹਿੰਦੇ ਹਾਂ, ਲੀਟਰ ਤੋਂ ਇਹ ਛੋਟਾ ਹੁੰਦਾ, ਸ਼ਾਇਦ 0.57 ਜਿਹੜਾ ਇੱਕ ਪੁਆਇੰਟ ਦੇ ਵਿੱਚ ਇੰਨਾ ਲੀਟਰ ਜਿਹੜਾ ਹੁੰਦਾ ਹੈ। ਸੋ ਉਹ ਉਨੀ ਬੀਅਰ ਉਹਨੇ ਕਿਹਾ ਹਰ 6 ਘੰਟੇ ਬਾਅਦ। 1 10 mile walk ਐਵਰੀ ਮੋਰਨਿੰਗ, ਕਿ 10 mile walk ਕਰਨੀ ਆ ਸਵੇਰੇ। 1 bed at sharp 11 at night, ਰਾਤ ਨੂੰ 11 ਵਜੇ ਸੌਂ ਜਾਣਾ ਹੈ। 1 ਅੱਗੇ ਤਾਂ ਪਾਇਆ ਜਿਵੇਂ ਅਸੀਂ ਕੋਈ ਮੈਡੀਸਨ ਨੋਰਮਲ ਤੌਰ 'ਤੇ ਲਿਖਦੇ ਹੁੰਦੇ ਹਾਂ ਵੀ ਇੱਕ ਜਿਹੜੀ ਟੈਬਲੇਟ ਹੈ, ਇੱਕ ਗੋਲੀ ਇੰਨੇ ਵਜੇ ਖਾ ਲੈਣੀ, ਕਿੰਨੇ ਵਜੇ ਖਾ ਲੈਣੀ, ਅਤੇ ਉਹਨੇ ਗੋਲੀ ਕੋਈ ਨਹੀਂ ਲਿਖੀ, ਦਵਾਈ ਕੋਈ ਨਹੀਂ ਲਿਖੀ, ਮੈਡੀਸਨ ਕੋਈ ਨਹੀਂ ਲਿਖੀ, ਜਸਟ ਉਹਨੂੰ ਕਿਹਾ ਕਿ ਤੂੰ ਆਪਣਾ ਵਧੀਆ ਖਾਣਾ ਖਾ ਅਤੇ ਸੈਰ ਕਰ, ਸਮੇਂ ਸਿਰ ਸੌਂ ਜਾ। ਐਂਡ ਡੋਂਟ ਸਟਫ ਯੂਅਰ ਹੈਡ ਵਿਦ ਥਿੰਗਸ ਯੂ ਡੋਂਟ ਅੰਡਰਸਟੈਂਡ। ਜਿਹੜੀਆਂ ਚੀਜ਼ਾਂ ਤੈਨੂੰ ਸਮਝ ਨਹੀਂ ਲੱਗਦੀਆਂ ਨਾ, ਤੇਰੀ ਸਮਝ ਤੋਂ ਬਾਹਰ ਆ, ਉਹਦੇ ਵਿੱਚ ਆਪਣਾ ਤੂੰ ਸਮਾਂ ਖਰਾਬ ਨਾ ਕਰ। I followed the direction with the happy result, speaking for myself that my life was preserved and is still going on। ਅਤੇ ਕਹਿੰਦਾ ਮੈਂ ਬੜਾ ਖੁਸ਼ ਹਾਂ, ਮੈਂ ਉਹਦੀ ਗੱਲ ਮੰਨੀ ਅਤੇ ਮੇਰੀ ਜ਼ਿੰਦਗੀ ਬਚ ਗਈ ਅਤੇ ਅੱਜ ਵੀ ਮੈਂ ਜੀ ਰਿਹਾ ਵਾਂ। ਸੋ ਭਾਵ ਇਹ ਸਮਰੀ ਹੈ ਇਸ ਆਪਾਂ ਜੋ ਟੈਕਸਟ ਹੈ ਇਸ ਐਸੇ ਦੀ ਸਟੱਡੀ ਕੀਤੀ ਹੈ। ਨੈਕਸਟ ਅਸੀਂ ਇਸ ਦੇ ਕੁਐਸਚਨਸ ਹੈ ਜਾਂ ਥੀਮ ਹੈ ਉਹਨੂੰ ਨੈਕਸਟ ਜੋ ਵੀਡੀਓਜ਼ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ। ਤੁਸੀਂ ਇਹਨੂੰ ਸਾਰਿਆਂ ਨੇ ਸਟੱਡੀ ਕਰਨਾ ਹੈ। ਜੇ ਕੋਈ ਵੀ ਮੀਨਿੰਗ ਕਲੀਅਰ ਨਾ ਹੋਇਆ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ। ਓਕੇ, ਥੈਂਕ ਯੂ ਵੈਰੀ ਮੱਚ।